हाँ जी प्यारे विद्यार्थियों, ਅੱਜ ਆਪਾਂ ਲੋਕਧਾਰਾ ਦੀ ਭੂਮਿਕਾ ਪੁਸਤਕ ਦਾ 12ਵਾਂ ਚੈਪਟਰ 12ਵਾਂ ਆਰਟੀਕਲ 12ਵਾਂ ਨਿਬੰਧ ਪੰਜਾਬ ਦੀਆਂ ਖੇਡਾਂ ਡਿਸਕਸ ਕਰਾਂਗੇ। ਇਹ ਨਿਬੰਧ ਤੁਹਾਡੇ ਲਈ ਲਿਖਿਆ ਹੈ ਡਾਕਟਰ ਹਰਜੀਤ ਕੌਰ ਨੇ। ਡਾਕਟਰ ਹਰਜੀਤ ਕੌਰ ਨੇ ਮਨੁੱਖੀ ਜੀਵਨ ਦੇ ਵਿੱਚ ਬਚਪਨ ਤੋਂ ਹੀ ਖੇਡਾਂ ਦੇ ਮਹੱਤਵ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਪੰਜਾਬ ਦੀਆਂ ਲੋਕ ਖੇਡਾਂ ਦੀਆਂ ਵਿਸ਼ੇਸ਼ਤਾਵਾਂ, ਇਹਨਾਂ ਦੇ ਕੀ ਉਦੇਸ਼ ਹੈ ਤੇ ਪੰਜਾਬ ਵਿੱਚ ਕਿਹੜੀਆਂ-ਕਿਹੜੀਆਂ ਭਿੰਨ-ਭਿੰਨ ਲੋਕ ਖੇਡਾਂ ਪ੍ਰਚਲਿਤ ਹੈ, ਜਿਵੇਂ ਬਾਂਦਰ ਕਿੱਲਾ, ਖਾਨ ਘੋੜੀ, ਰੱਬ ਦੀ ਖੁੱਤੀ, ਢਕੁੱਲੀ, ਥਾਲ, ਭੰਗੂੜਾ ਤੇ ਰਾਜੇ ਦੀ ਬੱਕਰੀ ਆਦਿ ਦੇ ਸਰੂਪ ਬਾਰੇ ਬੜੀ ਦਿਲਚਸਪ ਜਾਣਕਾਰੀ ਆਪਣੇ ਇਸ ਲੇਖ ਦੇ ਵਿੱਚ, ਇਸ ਨਿਬੰਧ ਦੇ ਵਿੱਚ ਦਿੱਤੀ ਹੈ। ਇਹਨਾਂ 'ਚ ਬਹੁਤ ਸਾਰੀਆਂ ਖੇਡਾਂ ਜਿਹੜੀਆਂ ਤੁਸੀਂ ਆਪਣੇ ਬਚਪਨ ਦੇ ਵਿੱਚ ਖੇਡਦੇ ਰਹੇ ਹੋਵੋਗੇ। ਇਹਨਾਂ ਖੇਡਾਂ ਦਾ ਮਨੁੱਖ ਦੇ ਨਾਲ ਕੀ ਸੰਬੰਧ ਹੈ, ਕਿਉਂਕਿ ਖੇਡਣਾ ਜਿਹੜਾ ਹੈ ਉਹ ਸਰੀਰਕ ਤੇ ਮਾਨਸਿਕ ਤੰਦਰੁਸਤੀ ਦੀ ਨਿਸ਼ਾਨੀ ਹੈ ਤੇ ਜੇਕਰ ਤੁਹਾਡਾ ਸਰੀਰ ਤੰਦਰੁਸਤ ਹੈ ਤਾਂ ਤੁਹਾਡਾ ਮਨ ਵੀ ਤੰਦਰੁਸਤ ਹੋਊਗਾ ਤਾਂ ਤੁਸੀਂ ਚੰਗਾ ਜਿਹੜਾ ਹੈ ਉਹ ਸੁਣ ਵੀ ਸਕੋਗੇ, ਚੰਗਾ ਸਿੱਖ ਵੀ ਸਕੋਗੇ, ਚੰਗਾ ਪੜ੍ਹ ਵੀ ਸਕੋਗੇ। ਤੇ ਮਨੁੱਖ ਦੇ ਅੰਦਰ ਜਿਹੜੀ ਖੇਡਣ ਦੀ ਰੁਚੀ ਹੈ ਉਹ ਸੁਭਾਵਿਕ ਹੈ, ਜੋ ਬਚਪਨ ਤੋਂ ਬੁਢਾਪੇ ਤੱਕ ਨਿਰੰਤਰ ਬਣੀ ਰਹਿੰਦੀ ਹੈ। ਮਤਲਬ ਅਸੀਂ ਖੇਡ ਨੂੰ ਹਮੇਸ਼ਾ ਪਸੰਦ ਕਰਦੇ ਹਾਂ। ਖੇਡ ਦੀ ਕਿਸਮ ਬਦਲ ਜਾਂਦੀ ਹੈ। ਬਚਪਨ ਦੇ ਵਿੱਚ ਕੁਝ ਸਰੀਰਕ ਖੇਡਾਂ ਹੁੰਦੀਆਂ, ਫਿਰ ਕੁਝ ਦਿਮਾਗੀ ਖੇਡਾਂ ਆ ਜਾਂਦੀਆਂ ਤੇ ਫਿਰ ਇਸ ਤਰ੍ਹਾਂ ਬੁਢਾਪੇ ਦੇ ਵਿੱਚ ਵੀ ਬੰਦਾ ਜਿਹੜਾ ਹੈ ਕਿਸੇ ਨਾ ਕਿਸੇ ਰੂਪ 'ਚ ਖੇਡ ਨੂੰ ਜਿਹੜਾ ਪਸੰਦ ਕਰਦਾ ਦੇਖਿਆ ਜਾ ਸਕਦਾ ਹੈ। ਤੇ ਇਹਨਾਂ ਖੇਡਾਂ ਦੇ ਜਿਹੜੇ ਰੂਪ ਹੈ ਉਹ ਤੁਹਾਡੀ ਸਰੀਰਕ ਸਮਰੱਥਾ ਤੇ ਤੁਹਾਡੀ ਮਾਨਸਿਕ ਰੁਚੀ ਉਹਦੇ ਮੁਤਾਬਕ ਬਦਲਦੇ ਜਿਹੜੇ ਆ ਉਹ ਦੇਖੇ ਜਾ ਸਕਦੇ। ਕੁਝ ਲੋਕਾਂ ਨੂੰ ਦਿਮਾਗੀ ਖੇਡਾਂ ਚੰਗੀਆਂ ਲੱਗਦੀਆਂ, ਕੁਝ ਲੋਕਾਂ ਨੂੰ ਸਰੀਰਕ ਖੇਡਾਂ ਜਿਹੜੀਆਂ ਉਹ ਚੰਗੀਆਂ ਲੱਗਦੀਆਂ। ਤੇ ਬਚਪਨ ਦਾ ਸਾਡੀਆਂ ਲੋਕ ਖੇਡਾਂ ਦੇ ਨਾਲ ਬਹੁਤ ਸੰਬੰਧ ਹੈ ਤੇ ਖੇਡਾਂ ਲਈ ਸਭ ਤੋਂ ਵੱਧ ਜੋਸ਼, ਉਤਸ਼ਾਹ ਤੇ ਸ਼ੌਕ ਜਿਹੜਾ ਹੈ ਉਹ ਬਚਪਨ ਦੇ ਵਿੱਚ ਅਸੀਂ ਮਹਿਸੂਸ ਕਰਦੇ ਹਾਂ। ਇਸੇ ਕਰਕੇ ਬਚਪਨ ਦੀਆਂ ਖੇਡਾਂ ਦੀ ਗਿਣਤੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ। ਅਲੱਗ-ਅਲੱਗ ਇਲਾਕਿਆਂ ਦੇ ਵਿੱਚ, ਅਲੱਗ-ਅਲੱਗ ਖਿੱਤਿਆਂ ਦੇ ਵਿੱਚ ਵੱਖੋ ਵੱਖਰੀਆਂ ਕਈ ਖੇਡਾਂ ਜਿਹੜੀਆਂ ਕੁਝ ਮਿਲਦੀਆਂ ਜੁਲਦੀਆਂ ਆਪਸ 'ਚ, ਕੋਈ ਬਿਲਕੁਲ ਨਵੀਆਂ ਖੇਡਾਂ ਜਿਹੜੀਆਂ ਉਹ ਖੇਡੀਆਂ ਜਾਂਦੀਆਂ। ਤੇ ਬਚਪਨ ਦੀਆਂ ਖੇਡਾਂ ਦਾ ਕਾਰਜ ਬਹੁਪੱਖੀ ਹੋਣ ਕਰਕੇ ਇਹ ਹੋਰ ਵੀ ਵਧੇਰੇ ਜਿਹੜਾ ਮਹੱਤਵਪੂਰਨ ਕਿਹਾ ਜਾ ਸਕਦਾ ਹੈ। ਤੇ ਖੇਡਾਂ ਬੱਚੇ ਲਈ ਮਨੋਰੰਜਨ ਦਾ ਸਾਧਨ ਹੋਣ ਤੋਂ ਇਲਾਵਾ, ਉਸਦੇ ਸਰੀਰਕ ਵਿਕਾਸ ਦੇ ਵਿੱਚ ਸਹਾਇਤਾ ਕਰਨ ਤੋਂ ਇਲਾਵਾ, ਉਹਦੀ ਜਿਹੜੀ ਸਿਰਜਣਾਤਮਕ ਤੇ ਬੌਧਿਕ ਸਮਰੱਥਾ ਹੈ ਨਾ, ਉਹਦੇ ਵਿੱਚ ਵੀ ਬੜਾ ਖੂਬਸੂਰਤ ਵਾਧਾ ਕਰਦੀਆਂ ਦੇਖੀਆਂ ਜਾ ਸਕਦੀਆਂ। ਤੇ 3-4 ਸਾਲਾਂ ਦੀ ਉਮਰ 'ਚ ਬੱਚੇ ਦੀ ਕੋਈ ਖੇਡ ਨਿਸ਼ਚਿਤ ਨਹੀਂ ਹੁੰਦੀ। ਇਸ ਉਮਰ 'ਚ ਉਹ ਕਾਲਪਨਿਕ ਖੇਡਾਂ ਵਧੇਰੇ ਖੇਡਦਾ ਹੈ। ਜਿਸ ਮਾਹੌਲ 'ਚ ਉਹ ਰਹਿੰਦਾ ਹੈ ਉਸੇ ਤਰ੍ਹਾਂ ਦੀਆਂ ਖੇਡਾਂ ਦੀ ਸਿਰਜਣਾ ਉਹ ਕਰਦਾ ਹੈ। ਤੇ ਕੋਈ ਵੀ ਸਧਾਰਨ ਚੀਜ਼, ਚਾਹੇ ਉਹ ਸੋਟੀ ਹੈ, ਕੋਈ ਰੱਸੀ ਦਾ ਟੋਟਾ ਹੈ, ਕੋਈ ਪੱਥਰ ਹੈ, ਕੋਈ ਪਲਾਸਟਿਕ ਹੈ, ਕੋਈ ਲੱਕੜ ਦਾ ਕੋਈ ਟੁਕੜਾ ਹੋ ਸਕਦਾ ਹੈ, ਕੋਈ ਗੋਲ ਚੀਜ਼ ਹੋ ਸਕਦੀ ਹੈ, ਕੋਈ ਕਾਗਜ਼ ਹੋ ਸਕਦਾ ਹੈ, ਕਾਪੀ ਹੋ ਸਕਦੀ ਹੈ, ਉਹਦੇ ਲਈ ਕੋਈ ਘੋੜਾ ਹੋ ਸਕਦਾ ਹੈ, ਬਲਦ ਹੋ ਸਕਦਾ ਹੈ, ਕੋਈ ਟਰੈਕਟਰ, ਹਲ, ਸਾਈਕਲ, ਕਾਰ, ਸਟੈਥੋਸਕੋਪ, ਇੰਜੈਕਸ਼ਨ, ਕੁਝ ਵੀ ਜਿਹੜਾ ਉਹ ਹੋ ਸਕਦਾ ਹੈ ਜਿਹਦੇ ਨਾਲ ਉਹ ਖੇਡਦਾ ਹੋਇਆ ਉਹ ਕੇਵਲ ਆਪਣਾ ਮਨੋਰੰਜਨ ਹੀ ਨਹੀਂ ਕਰ ਰਿਹਾ ਹੁੰਦਾ, ਸਗੋਂ ਇੱਕ ਨਿਪੁੰਨ ਜਿਹੜਾ ਉਹ ਸ਼ਿਕਾਰੀ ਬਣ ਰਿਹਾ ਹੁੰਦਾ, ਨਿਪੁੰਨ ਕਿਸਾਨ ਦੀ ਫਾਰਮ 'ਚ ਆ ਰਿਹਾ ਹੁੰਦਾ, ਇੱਕ ਡਰਾਈਵਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ, ਅਧਿਆਪਕ ਜਾਂ ਕੋਈ ਡਾਕਟਰ ਦਾ ਰੋਲ ਵੀ ਅਦਾ ਕਰ ਰਿਹਾ ਹੁੰਦਾ। ਛੋਟੇ ਬੱਚਿਆਂ ਨੂੰ ਤੁਸੀਂ ਅਕਸਰ ਦੇਖਦੇ ਹੋ ਕਿ ਆਓ ਆਪਾਂ ਟੀਚਰ ਖੇਡੀਏ, ਟੀਚਰ ਸਟੂਡੈਂਟ ਖੇਡੀਏ, ਅਧਿਆਪਕ ਵਿਦਿਆਰਥੀ ਖੇਡੀਏ, ਜਾਂ ਆਪਾਂ ਡਾਕਟਰ ਪੇਸ਼ੈਂਟ ਖੇਡੀਏ, ਤਾਂ ਆਪਣੇ ਹਿਸਾਬ ਨਾਲ ਨਿੱਕੀਆਂ ਚੀਜ਼ਾਂ ਨੂੰ ਸਟੈਥੋਸਕੋਪ ਬਣਾ ਲੈਂਦੇ ਆ। ਇਸ ਤਰ੍ਹਾਂ ਇੱਕ ਛੋਟੀ ਕੁੜੀ ਜਿਹੜੀ ਹੈ ਕਿਸੇ ਰਬੜ ਜਾਂ ਕੱਪੜੇ ਦੀ ਗੁੱਡੀ ਨਾਲ ਖੇਡਦੀ ਉਸਨੂੰ ਬੇਜਾਨ ਖਿਡੌਣਾ ਨਹੀਂ ਸਮਝਦੀ। ਤੁਸੀਂ ਛੋਟੀਆਂ ਬੱਚੀਆਂ ਦੇਖੀਆਂ ਹੋਣਗੀਆਂ। ਬਾਰਬੀ ਡਾਲ ਵਾਲਾ ਕਨਸੈਪਟ ਤਾਂ ਬਾਅਦ ਦੇ ਵਿੱਚ ਆਇਆ ਨਾ। ਪਹਿਲਾਂ ਛੋਟੀ ਜਿਹੀ ਗੁੱਡੀ ਆਪ ਹੀ ਬਣਾ ਲੈਂਦੇ ਸੀ ਬੱਚੇ ਤੇ ਫਿਰ ਉਹਨੂੰ ਇੱਕ ਜਿੰਦਾ ਜਾਗਦਾ ਆਪਣਾ ਸਾਥੀ ਸਮਝਦੇ ਸੀ ਤੇ ਉਹਨੂੰ ਆਪਣੇ ਵਾਂਗ ਹੀ ਉਹ ਜਿਉਂਦੀ ਜਾਗਦੀ ਬੱਚੀ ਜਿਹੜੀ ਹੈ ਉਸ ਬੱਚੀ ਨੂੰ ਮਹਿਸੂਸ ਹੁੰਦੀ ਸੀ, ਔਰ ਜਿਹੜੀ ਬਣਾਈ ਹੋਈ ਗੁੱਡੀ ਹੁੰਦੀ ਸੀ। ਤੇ ਉਮਰ ਦੇ ਵਿਕਾਸ ਨਾਲ ਬੱਚਾ ਕਾਲਪਨਿਕ ਸੰਸਾਰ ਦੇ ਵਿੱਚੋਂ ਫਿਰ ਬਾਹਰ ਆਉਂਦਾ ਹੈ ਤੇ ਉਹਦੀਆਂ ਖੇਡਾਂ ਦੇ ਰੂਪ ਵੀ ਜਿਹੜੇ ਹੈ ਉਹ ਬਦਲ ਜਾਂਦੇ ਆ। ਤੇ ਖੇਡ ਨਿਯਮਾਂ ਮੁਤਾਬਕ ਖੇਡਣ ਦੇ ਢੰਗ ਬੱਚੇ 'ਚ ਸਹਿਯੋਗ ਦੀ ਭਾਵਨਾ ਪੈਦਾ ਕਰਦੇ ਆ। ਠੀਕ ਹੈ, ਉਹਦੇ 'ਚ ਜਿੱਤਣਾ ਹਾਰਨਾ ਹੁੰਦਾ ਤੇ ਸਬਰ ਸੰਤੋਖ ਦੀ ਭਾਵਨਾ ਜਿਹੜੀ ਪੈਦਾ ਹੁੰਦੀ ਹੈ ਤੇ ਸਮਾਜਿਕ ਕਦਰਾਂ ਕੀਮਤਾਂ ਦੇ ਦਾਇਰਿਆਂ 'ਚ ਰਹਿਣ ਦੇ ਸੰਕੇਤ ਦਿੰਦੇ
ਉਸ ਨੂੰ ਅਚੇਤ ਹੀ ਭਵਿੱਖ ਦੇ ਜੀਵਨ ਨੂੰ ਵਿਉਂਤਬੱਧ ਕਰਨ ਦਾ ਤਰੀਕਾ ਵੀ ਸਿੱਖਣਾ ਜਿਹੜਾ ਹੈ ਉਹ ਆ ਜਾਂਦਾ ਹੈ ਕਿ ਜ਼ਿੰਦਗੀ ਦੇ ਵਿੱਚ ਜਦੋਂ ਕੋਈ ਬੱਚੇ ਛੋਟੇ ਬੱਚੇ ਖੇਡਦੇ ਆ, ਆਪਸ ਦੇ ਵਿੱਚੋਂ ਲੜਦੇ ਆ, ਝਗੜਦੇ ਆ, ਦੁਬਾਰਾ ਫਿਰ ਬੋਲ ਪੈਂਦੇ ਆ, ਤਾਂ ਇਹਦੇ ਨਾਲ ਉਹਨਾਂ ਦਾ ਬਹੁਤ ਸਾਰਾ ਸਰੀਰਕ ਵਿਕਾਸ ਤਾਂ ਹੁੰਦਾ ਹੀ ਹੁੰਦਾ ਖੇਡਾਂ ਦੇ ਨਾਲ ਨਾਲ ਮਾਨਸਿਕ ਵਿਕਾਸ ਵੀ ਹੋ ਰਿਹਾ ਹੁੰਦਾ। ਜਿੱਥੋਂ ਤੱਕ ਇਹਨਾਂ ਲੋਕ ਖੇਡਾਂ ਦੀਆਂ ਵਿਸ਼ੇਸ਼ਤਾਵਾਂ ਜਾਂ ਇਹਨਾਂ ਦੀ ਖਾਸੀਅਤ ਦੀ ਗੱਲ ਹੈ, ਤੇ ਪੰਜਾਬ ਦੀਆਂ ਲੋਕ ਖੇਡਾਂ ਦੀ ਪ੍ਰਮੁੱਖ ਵਿਸ਼ੇਸ਼ਤਾ ਇਹਨਾਂ ਦੀ ਵੰਨ ਸਵੰਨਤਾ ਦੇ ਵਿੱਚ ਹੈ, ਭਾਵ ਕਿ ਵੰਨ ਸਵੰਨੀਆਂ ਖੇਡਾਂ ਜਿਹੜੀਆਂ ਉਹ ਖੇਡੀਆਂ ਜਾਂਦੀਆਂ। ਇਹ ਉਮਰ ਦੇ ਹਰ ਪੜਾਅ ਤੇ ਸਰੀਰਕ ਤੇ ਮਾਨਸਿਕ ਸਮਰੱਥਾ ਤੇ ਮੇਲ ਫੀਮੇਲ ਦੇ ਅਨੁਸਾਰ ਮਿਲਦੀਆਂ। ਜਿਵੇਂ ਛੋਟੇ ਬੱਚਿਆਂ ਦੀਆਂ ਖੇਡਾਂ, ਮੁੰਡਿਆਂ ਦੀਆਂ ਖੇਡਾਂ, ਕੁੜੀਆਂ ਦੀਆਂ ਖੇਡਾਂ, ਬਜ਼ੁਰਗਾਂ ਦੀਆਂ ਖੇਡਾਂ, ਇਸ ਤਰ੍ਹਾਂ ਬਹੁਤ ਸਾਰੀਆਂ ਕਿਸਮਾਂ ਦੀਆਂ ਹੋ ਸਕਦੀਆਂ। ਛੋਟੀ ਉਮਰ ਦੇ ਮੁੰਡੇ ਕੁੜੀਆਂ ਰਲ ਕੇ ਖੇਡਦੇ ਆ, ਪਰ ਉਮਰ ਦੇ ਵਧਣ ਨਾਲ ਮੁੰਡਿਆਂ ਕੁੜੀਆਂ ਦੀਆਂ ਰੁਚੀਆਂ ਦੇ ਵਿੱਚ ਪੈਦਾ ਹੋਏ ਜਿਹੜੇ ਸੁਭਾਵਿਕ ਵਖਰੇਵੇਂ ਆ, ਐਡੋਲੈਸੈਂਸ ਏਜ ਜਦੋਂ ਆ ਜਾਂਦੀ ਹੈ ਉਹਨਾਂ ਦੇ ਵਿੱਚ, ਉਸ ਏਜ ਦੇ ਵਿੱਚ ਫਿਰ ਉਹਨਾਂ ਦੇ ਸਰੀਰਕ ਅੰਗਾਂ ਦੇ ਵਿੱਚ ਵੱਖਰੀ ਤਰ੍ਹਾਂ ਦੇ ਵਖਰੇਵੇਂ ਜਿਹੜੇ ਦਿਸਣੇ ਸ਼ੁਰੂ ਹੋ ਜਾਂਦੇ ਆ। ਜਦੋਂ ਇਹਨਾਂ ਚੀਜ਼ਾਂ ਨੂੰ ਸਮਝਣ ਲੱਗ ਜਾਂਦੇ ਆ, ਫਿਰ ਉਹ ਵੱਖੋ ਵੱਖ ਹੋ ਕੇ ਖੇਡਣਾ ਸ਼ੁਰੂ ਕਰ ਦਿੰਦੇ ਆ। ਉਹਨਾਂ ਦੇ ਜਿਹੜੇ ਸੁਭਾਵਿਕ ਵਖਰੇਵੇਂ ਹੈ ਜਾਂ ਉਹਨਾਂ ਦਾ ਜਿਹੜਾ ਸਰੀਰਕ ਬਲ ਹੈ, ਇਹ ਵੀ ਇੱਕ ਵੱਖਰੀਆਂ ਖੇਡਾਂ ਦੇ ਵਿੱਚ ਬਣਨ ਦੇ ਵਿੱਚ ਰੋਲ ਪਲੇ ਕਰਦਾ ਹੈ, ਰੋਲ ਅਦਾ ਕਰਦਾ ਹੈ। ਮਸਲਨ ਮੁੰਡਿਆਂ ਦੇ ਵਿੱਚ ਜ਼ੋਰ ਜਿਹੜਾ ਉਹ ਜ਼ਿਆਦਾ ਹੁੰਦਾ ਹੈ ਤੇ ਕੁੜੀਆਂ ਦੇ ਵਿੱਚ ਜ਼ੋਰ ਜਿਹੜਾ ਉਹ ਘੱਟ ਹੁੰਦਾ ਹੈ। ਇਹ ਵੀ ਸਮਾਜਿਕ ਸਥਿਤੀਆਂ ਵੀ ਕੁਝ ਸਾਡੀਆਂ ਇਸ ਕਿਸਮ ਦੀਆਂ ਹੁੰਦੀਆਂ, ਜਿਵੇਂ ਸਾਡੇ ਸਮਾਜ ਦੇ ਵਿੱਚ ਲੜਕੀਆਂ ਨੂੰ ਜਿਹੜਾ ਉਹ ਥੋੜ੍ਹਾ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਾਡੇ ਸਮਾਜ ਦੇ ਵਿੱਚ ਐਡੋਲੈਸੈਂਸ ਏਜ ਦੇ ਬੱਚੇ ਜਿਹੜੇ ਆ ਇੱਕ ਦੂਜੇ ਤੋਂ ਦੂਰ ਰਹਿੰਦੇ ਆ, ਲੋਕ ਇਸ ਨੂੰ ਸਵੀਕ੍ਰਿਤੀ ਨਹੀਂ ਦਿੰਦੇ ਇਸ ਤਰ੍ਹਾਂ ਦੇ ਇਕੱਠੇ ਖੇਡਣ ਨੂੰ, ਤੇ ਇਸ ਕਰਕੇ ਮੁੰਡਿਆਂ ਤੇ ਕੁੜੀਆਂ ਦੀਆਂ ਖੇਡਾਂ ਦੇ ਵਿੱਚ ਅੰਤਰ ਆਉਣਾ ਕੁਦਰਤੀ ਗੱਲ ਬਣ ਜਾਂਦੀ ਹੈ। ਫਿਰ ਇਹਨਾਂ ਲੋਕ ਖੇਡਾਂ ਦਾ ਉਦੇਸ਼ ਅਸੀਂ ਕੀ ਕਵਾਂਗੇ ਕਿ ਇਹਨਾਂ ਖੇਡਾਂ ਦਾ ਜਿਹੜਾ ਮੁੱਖ ਉਦੇਸ਼ ਕੀ ਹੁੰਦਾ, ਉਹ ਸਿਰਫ ਮਨ ਪਰਚਾਵਾ ਹੁੰਦਾ ਹੈ। ਮਨ ਪਰਚਾਵੇ ਲਈ ਮਨੁੱਖ ਆਪਣੀਆਂ ਸਾਰੀਆਂ ਖੇਡਾਂ ਦੀ ਸਿਰਜਣਾ ਕਰਦਾ ਹੈ, ਪਰ ਇਹ ਸਾਰੀਆਂ ਖੇਡਾਂ ਇੱਕੋ ਜਿਹੀ ਲੋਕਪ੍ਰਿਯਤਾ ਪ੍ਰਾਪਤ ਨਹੀਂ ਵੀ ਕਰਦੀਆਂ। ਕੁਝ ਖੇਡਾਂ ਸਿਰਜਣ ਉਪਰੰਤ ਹੀ ਖਤਮ ਹੋ ਜਾਂਦੀਆਂ, ਕੁਝ ਸੀਮਿਤ ਦਾਇਰੇ ਤੱਕ ਪ੍ਰਚਲਿਤ ਰਹਿੰਦੀਆਂ ਤੇ ਕੁਝ ਵਿਸ਼ਾਲ ਭੂਗੋਲਿਕ ਖੇਤਰ ਦੇ ਵਿੱਚ ਰਹਿੰਦੇ ਲੋਕਾਂ ਦੁਆਰਾ ਅਪਣਾ ਲਈਆਂ ਜਾਂਦੀਆਂ। ਜਦੋਂ ਬਹੁਤ ਸਾਰੇ ਲੋਕਾਂ ਦੁਆਰਾ ਕੋਈ ਚੀਜ਼ ਅਪਣਾ ਲਈ ਜਾਂਦੀ ਹੈ, ਉਦੋਂ ਹੀ ਉਹ ਚੀਜ਼ ਲੋਕ ਖੇਡ ਜਾਂ ਉਹੀ ਖੇਡ ਜਿਹੜੀ ਹੈ, ਉਦੋਂ ਹੀ ਉਹਨੂੰ ਲੋਕ ਖੇਡ ਦਾ ਦਰਜਾ ਜਿਹੜਾ ਉਹ ਪ੍ਰਾਪਤ ਹੁੰਦਾ, ਜਦੋਂ ਬਹੁਤ ਸਾਰੇ ਲੋਕ ਉਹਨੂੰ ਅਪਣਾ ਲੈਂਦੇ ਆ। ਇਸੇ ਕਰਕੇ ਇੱਕੋ ਹੀ ਭੂਗੋਲਿਕ ਖੇਤਰ ਵਿੱਚ ਕੁਝ ਦੂਰੀ ਤੇ ਜਾ ਕੇ ਕਈ ਖੇਡਾਂ ਬਿਲਕੁਲ ਹੀ ਦਿਖਾਈ ਨਹੀਂ ਦਿੰਦੀਆਂ ਤੇ ਕੁਝ ਬਦਲੀਆਂ ਹੋਈਆਂ ਮਿਲਦੀਆਂ। ਕੁਝ ਖੇਡਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਆਪਣੇ ਖਾਸ ਗੁਣਾਂ ਕਰਕੇ ਕਿਸੇ ਇੱਕ ਭੂਗੋਲਿਕ ਖਿੱਤੇ ਦੇ ਸਾਰੇ ਲੋਕਾਂ ਦੇ ਵਿੱਚ ਪ੍ਰਚਲਿਤ ਹੋ ਜਾਂਦੀਆਂ। ਇਹਨਾਂ ਨੂੰ ਉਸ ਇਲਾਕੇ ਦੀਆਂ ਪ੍ਰਤੀਨਿਧ ਖੇਡਾਂ ਜਿਹੜੀਆਂ ਇਹ ਵੀ ਮੰਨ ਲਿਆ ਜਾਂਦਾ ਹੈ, ਜਿਵੇਂ ਗੁੱਲੀ ਡੰਡਾ ਹੈ ਜਾਂ ਪਿੱਠੂ ਹੈ ਜਾਂ ਛਟਾਪੂ ਹੈ, ਕੋਟਲਾ ਛਪਾਕੀ ਹੈ, ਖਿੱਦੋ ਖੁੰਡੀ ਹੈ, ਗੁੱਡੀਆਂ ਪਟੋਲੇ, ਛੋਟੀਆਂ ਬੱਚੀਆਂ ਜਿਹੜੀਆਂ ਗੁੱਡੀਆਂ ਪਟੋਲੇ ਬਣਾਉਂਦੀਆਂ। ਤਾਂ ਇਹ ਸਾਰੀਆਂ ਜਿਹੜੀਆਂ ਲੋਕ ਖੇਡਾਂ ਹੈਗੀਆਂ, ਇਹਨਾਂ ਬਾਰੇ ਤੁਸੀਂ ਬਚਪਨ ਦੇ ਵਿੱਚ ਜ਼ਰੂਰ ਇਹ ਖੇਡੀਆਂ ਹੋਣਗੀਆਂ ਤੇ ਸਾਰਾ ਕੁਝ ਦੇਖਿਆ ਹੋਊਗਾ। ਤੇ ਇਹ ਜਿਹੜੀਆਂ ਖੇਡਾਂ ਹੈਗੀਆਂ, ਇਹਨਾਂ ਦੇ ਵਿੱਚੋਂ ਕੁਝ ਖੇਡਾਂ ਜਿਹੜੀਆਂ ਉਹ ਆਪਾਂ ਉਹਨਾਂ ਬਾਰੇ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰਦੇ ਹਾਂ ਕਿ ਬੱਚਿਆਂ ਦੇ ਸਰੀਰ ਤੇ ਮਾਨਸਿਕ ਵਿਕਾਸ ਦੇ ਵਿੱਚ ਹਿੱਸਾ ਪਾਉਣ ਦੇ ਨਾਲ ਪੰਜਾਬੀ ਸੱਭਿਆਚਾਰ ਦੇ ਭਿੰਨ ਪੱਖਾਂ ਨੂੰ ਵੀ ਕਿਵੇਂ ਪੇਸ਼ ਕਰਦੀਆਂ। ਹੁਣ ਪਹਿਲੀ ਖੇਡ ਆ ਬਾਂਦਰ ਕਿੱਲਾ। ਬਾਂਦਰ ਕਿੱਲਾ ਪੰਜਾਬ ਦੇ ਪੇਂਡੂ ਇਲਾਕਿਆਂ 'ਚ ਬੜੀ ਲੋਕਪ੍ਰਿਯ ਖੇਡ ਹੈ, ਬਹੁਤ ਪਸੰਦ ਕੀਤਾ ਜਾਂਦਾ ਹੈ ਇਹਨੂੰ। ਇਸ ਖੇਡ ਦਾ ਨਾਂ ਇਸ ਦੀ ਕਾਰਜਵਿਧੀ ਤੇ ਸਮਾਨ ਦੋਹਾਂ ਉੱਤੇ ਆਧਾਰਿਤ ਹੈ। ਇਸ 'ਚ ਸਮਾਨ ਕੇਵਲ ਇੱਕ ਰੱਸੀ ਤੇ ਇੱਕ ਕਿੱਲਾ ਹੁੰਦਾ ਹੈ ਤੇ ਖਿਡਾਰੀਆਂ ਦੀ ਗਿਣਤੀ ਘੱਟ ਤੋਂ ਘੱਟ 5, ਪਰ ਵੱਧ ਤੋਂ ਵੱਧ ਕਿੰਨੀ ਵੀ ਹੋ ਸਕਦੀ ਹੈ। ਦੇਖੋ ਕਿੰਨੀ ਲਿਬਰਟੀ ਹੈ। ਖੇਡ ਸ਼ੁਰੂ ਕਰਨ ਲਈ ਕਿਸੇ ਖੁੱਲੀ ਥਾਂ ਕਿੱਲਾ ਗੱਡ ਕੇ ਉਸ ਨਾਲ ਰੱਸੀ ਬੰਨ੍ਹ ਦਿੱਤੀ ਜਾਂਦੀ ਹੈ ਤੇ ਸਾਰੇ ਖਿਡਾਰੀ ਆਪੋ ਆਪਣੀ ਜੁੱਤੀਆਂ ਕਿੱਲੇ ਦੁਆਲੇ ਇਕੱਠੀਆਂ ਕਰ ਦਿੰਦੇ ਆ ਤੇ ਪੁੱਗਣ ਦੇ ਕਾਰਜ ਨਾਲ ਉਸ ਖਿਡਾਰੀ ਦੀ ਚੋਣ ਕਰ ਲਈ ਜਾਂਦੀ ਹੈ ਜਿਹਨੇ ਖੇਡ ਸ਼ੁਰੂ ਕਰਨੀ ਹੁੰਦੀ ਹੈ। ਤੇ ਬਾਂਦਰ ਕਿੱਲੇ ਦੀ ਖੇਡ 'ਚ ਸਾਰੇ ਖਿਡਾਰੀ ਵਾਰੋ ਵਾਰੀ ਪੁੱਗਦੇ ਆ। ਜਿਹੜਾ ਅਖੀਰ 'ਚ ਰਹਿ ਜਾਵੇ ਉਹ ਵਾਰੀ ਦੇਣ ਲਈ ਬਾਂਦਰ ਬਣਦਾ ਹੈ। ਉਹ ਰੱਸੀ ਫੜ ਕੇ ਕਿੱਲੇ ਦੁਆਲੇ ਘੁੰਮਦਾ ਰਹਿੰਦਾ ਹੈ ਤੇ ਜੁੱਤੀਆਂ ਦੀ ਰਾਖੀ ਕਰਦਾ ਹੈ। ਬਾਕੀ ਬੱਚੇ ਮੌਕਾ ਤਾੜ ਕੇ ਆਪੋ ਆਪਣੀ ਜੁੱਤੀ ਚੁੱਕਣ ਦੀ ਕੋਸ਼ਿਸ਼ ਕਰਦੇ ਆ ਤੇ ਵਾਰੀ ਦੇਰਾ ਖਿਡਾਰੀ ਜੁੱਤੀ ਚੁੱਕ ਰਹੇ ਜਿਸ ਖਿਡਾਰੀ ਨੂੰ ਛੋਹ ਦੇਵੇ, ਬਾਂਦਰ ਬਣਨ ਦੀ ਵਾਰੀ ਉਹਦੇ ਸਿਰ ਆ ਜਾਂਦੀ ਹੈ। ਤੇ ਜੇਕਰ ਸਾਰੇ ਬੱਚੇ ਜੁੱਤੀਆਂ ਚੁੱਕਣ ਸਫਲ ਹੋ ਜਾਣ
ਤਾਂ ਬਾਂਦਰ ਬਣੇ ਖਿਡਾਰੀ ਨੂੰ ਸਜ਼ਾ ਮਿਲਦੀ ਹੈ, ਜਿਸ ਅਨੁਸਾਰ ਉਸਨੂੰ ਦੂਜੇ ਬੱਚਿਆਂ ਵੱਲੋਂ ਨਿਸ਼ਚਿਤ ਥਾਂ ਤੇ ਪਹੁੰਚਣਾ ਪੈਂਦਾ ਵੀ ਇੱਥੋਂ ਜਾ ਕੇ ਤੂੰ ਉੱਥੇ ਗੇੜਾ ਕੱਢ ਕੇ ਆ। ਤੇ ਰੱਸੀ ਦਾ ਸਿਰਾ ਛੱਡ ਕੇ ਜਿਉਂ ਹੀ ਖਿਡਾਰੀ ਦੌੜਦਾ ਹੈ, ਬਾਕੀ ਬੱਚੇ ਉਸਨੂੰ ਜੁੱਤੀਆਂ ਮਾਰਦੇ ਆ, ਤੇ ਪਰ ਕੋਈ ਬੱਚਾ ਜੁੱਤੀ ਵਗਾ ਕੇ ਨਹੀਂ ਮਾਰ ਸਕਦਾ ਤੇ ਨਾ ਹੀ ਉਸਨੂੰ ਫੜ ਕੇ ਜੁੱਤੀ ਮਾਰ ਸਕਦਾ ਹੈ। ਕੇਵਲ ਦੌੜਦੇ ਨੂੰ ਹੀ ਜੁੱਤੀਆਂ ਦਾ ਨਿਸ਼ਾਨਾ ਬਣਾਉਣਾ ਪੈਂਦਾ ਹੈ, ਜਿਸ ਤੋਂ ਬਚਣ ਲਈ ਬੱਚਾ ਤੇਜ਼ ਰਫ਼ਤਾਰ ਨਾਲ ਮਿੱਥੀ ਥਾਂ ਦੇ ਉੱਤੇ ਪਹੁੰਚਦਾ ਹੈ ਤੇ ਉਹਦੀ ਸਜ਼ਾ ਜਿਹੜੀ ਹੈ ਖਤਮ ਹੋ ਜਾਂਦੀ ਹੈ। ਇਹ ਹੁੰਦੀ ਹੈ ਖੇਡ ਬਾਂਦਰ ਕਿੱਲਾ। ਅਗਲੀ ਖੇਡ ਦੀ ਗੱਲ ਆਪਾਂ ਕਰਦੇ ਹਾਂ ਖਾਨ ਘੋੜੀ। ਖਾਨ ਘੋੜੀ ਖੇਡ ਮਲੂਕ ਘੋੜੀ, ਨੀਲੀ ਦਾ ਸਵਾਰ, ਇਹ ਨਾਵਾਂ ਦੇ ਨਾਲ ਵੀ ਜਾਣੀ ਜਾਂਦੀ ਹੈ। ਇਹ ਖੇਡ ਘੱਟੋ ਘੱਟ 5 ਬੱਚੇ ਕਿਸੇ ਖੁੱਲੀ ਥਾਂ ਦੇ ਉੱਤੇ ਬਿਨਾਂ ਕਿਸੇ ਸਮਾਨ ਤੋਂ ਖੇਡ ਸਕਦੇ ਆ। ਇਸ ਖੇਡ 'ਚ ਪੁੱਗਦੇ ਸਮੇਂ ਸਭ ਤੋਂ ਪਹਿਲਾਂ ਪੁੱਗਿਆ ਖਿਡਾਰੀ ਖਾਨ ਤੇ ਅੰਤ 'ਚ ਰਹਿ ਗਿਆ ਖਿਡਾਰੀ ਘੋੜੀ ਬਣਦਾ ਹੈ। ਘੋੜੀ ਬਣਨ ਵਾਲਾ ਖਿਡਾਰੀ ਗੋਡਿਆਂ ਉੱਪਰ ਹੱਥ ਰੱਖ ਕੇ ਜਾਂ ਧਰਤੀ ਵੱਲ ਬਾਹਾਂ ਲਮਕਾ ਕੇ ਖੜਾ ਹੋ ਜਾਂਦਾ ਹੈ ਤੇ ਖਾਨ ਖਿਡਾਰੀ ਉਸਦੇ ਮਾਲਕ ਵਜੋਂ ਉਹਦੇ ਉੱਤੇ ਖੜਾ ਹੋ ਜਾਂਦਾ, ਉਸਦੇ ਕੋਲ ਖੜਾ ਹੋ ਜਾਂਦਾ। ਬਾਕੀ ਬੱਚਿਆਂ ਚੋਂ ਇੱਕ ਖਾਨ ਨੂੰ ਪੁੱਛਦਾ, ਖਾਨ ਤੇਰੀ ਘੋੜੀ ਦਾ ਨਾਮ ਕੀ ਹੈ? ਤਾਂ ਖਾਨ ਉੱਤਰ ਦਿੰਦਾ, ਬਾਰੂ। ਬਾਕੀ ਬੱਚੇ ਕਹਿੰਦੇ ਟੁੱਟ ਗਈ ਬੋਤਲ, ਡੁੱਲ ਗਿਆ ਦਾਰੂ। ਇਹ ਕਹਿੰਦੇ ਹੀ ਸਾਰੇ ਬੱਚੇ ਦੌੜ ਪੈਂਦੇ ਆ ਤੇ ਖਾਨ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ। ਤੇ ਖਾਨ ਦੇ ਬੱਚਿਆਂ ਪਿੱਛੇ ਦੌੜਨ ਸਮੇਂ ਕੋਈ ਬੱਚਾ ਮੌਕਾ ਪਾ ਕੇ ਘੋੜੀ ਉੱਤੇ ਸਵਾਰ ਕਰਨ ਦੀ ਕੋਸ਼ਿਸ਼ ਕਰਦਾ ਤੇ ਖਾਨ ਨੇ ਇੱਕੋ ਸਮੇਂ ਘੋੜੀ ਦੀ ਰਾਖੀ ਵੀ ਕਰਨੀ ਹੁੰਦੀ ਹੈ ਤੇ ਕਿਸੇ ਨੂੰ ਛੂਹਣਾ ਜਾਂ ਫੜਨਾ ਵੀ ਹੁੰਦਾ ਹੈ। ਤੇ ਖਾਨ ਵੱਲੋਂ ਕਿਸੇ ਬੱਚੇ ਨੂੰ ਛੂਹਣ ਮਗਰੋਂ ਪਹਿਲਾਂ ਘੋੜੀ ਬਣੇ ਬੱਚੇ ਦੀ ਵਾਰੀ ਖਤਮ ਹੋ ਜਾਂਦੀ ਹੈ ਤੇ ਛੂਹਿਆ ਗਿਆ ਬੱਚਾ ਘੋੜੀ ਬਣਦਾ ਹੈ ਤੇ ਘੋੜੀ ਬਣਿਆ ਬੱਚਾ ਖਾਨ ਬਣ ਜਾਂਦਾ ਹੈ। ਤੇ ਘੋੜੀ ਬਣੇ ਬੱਚੇ ਨੂੰ ਜਿਹੜਾ ਸਵਾਰ ਨੂੰ ਝੂਟੇ ਦੇਣੇ ਪੈਂਦੇ ਆ ਤੇ ਖਾਲੀ ਸਮੇਂ ਵਿੱਚ ਝੁਕਿਆਂ ਵੀ ਰਹਿਣਾ ਪੈਂਦਾ। ਸੋ ਇਸ ਤਰ੍ਹਾਂ ਇਹ ਖਾਨ ਘੋੜੀ ਨਾਂ ਦੀ ਖੇਡ ਜਿਹੜੀ ਆ ਉਹ ਖੇਡੀ ਜਾਂਦੀ ਹੈ। ਅਗਲੀ ਖੇਡ ਦੀ ਆਪਾਂ ਗੱਲ ਕਰਦੇ ਹਾਂ ਰੱਬ ਦੀ ਖੁੱਤੀ। ਇਸ ਖੇਡ 'ਚ ਖਿਡਾਰੀਆਂ ਦੀ ਗਿਣਤੀ ਅਨੁਸਾਰ ਗੋਲ ਦਾਇਰੇ 'ਚ ਥੋੜੀ ਥੋੜੀ ਦੂਰੀ ਤੇ ਖੁੱਤੀਆਂ ਕੱਢ ਲਈਆਂ ਜਾਂਦੀਆਂ। ਇੱਕ ਵੱਡੇ ਆਕਾਰ ਦੀ ਖੁੱਤੀ ਦਾਇਰੇ ਦੇ ਅੰਦਰ ਪੁੱਟੀ ਜਾਂਦੀ ਹੈ, ਜਿਹਨੂੰ ਰੱਬ ਦੀ ਖੁੱਤੀ ਕਿਹਾ ਜਾਂਦਾ। ਇਸ 'ਚ ਖੇਡਣ ਲਈ ਕੇਵਲ ਇੱਕ ਗੇਂਦ ਦੀ ਜ਼ਰੂਰਤ ਹੁੰਦੀ ਹੈ। ਪੁੱਗਣ ਪਿੱਛੋਂ ਸਾਰੇ ਖਿਡਾਰੀ ਆਪੋ ਆਪਣੀਆਂ ਖੁੱਤੀਆਂ ਕੋਲ ਖੜੇ ਹੋ ਜਾਂਦੇ ਆ ਤੇ ਮੀਟੀ ਦੇਣ ਵਾਲਾ, ਦਾਵੀ ਦੇਣ ਵਾਲਾ ਮਤਲਬ ਮੀਟੀ ਦੇਣ ਵਾਲਾ ਖਿਡਾਰੀ ਗੇਂਦ ਨੂੰ ਪੂਰੇ ਜ਼ੋਰ ਨਾਲ ਉੱਪਰ ਵੱਲ ਸੁੱਟਦਾ ਹੈ। ਹੇਠਾਂ ਆਉਂਦੀ ਗੇਂਦ ਨੂੰ ਖਿਡਾਰੀ ਬੋਚਣ ਦੀ ਕੋਸ਼ਿਸ਼ ਕਰਦੇ ਆ। ਜੇਕਰ ਕੋਈ ਖਿਡਾਰੀ ਗੇਂਦ ਬੋਚ ਕੇ ਕਿਸੇ ਖਿਡਾਰੀ ਨੂੰ ਮਾਰ ਦੇਵੇ ਤਾਂ ਉਹ ਖਿਡਾਰੀ ਘੋੜੀ ਬਣਦਾ ਤੇ ਖੁੱਤੀ ਦਾ ਮਾਲਕ ਸਵਾਰ। ਜੇਕਰ ਉੱਪਰੋਂ ਆਉਂਦੀ ਗੇਂਦ ਕਿਸੇ ਖੁੱਤੀ 'ਚ ਡਿੱਗ ਪਵੇ ਤਾਂ ਖੁੱਤੀ ਦਾ ਮਾਲਕ ਸਵਾਰ ਬਣਦਾ ਤੇ ਗੇਂਦ ਉਛਾਲਣ ਵਾਲਾ ਘੋੜੀ। ਜੇਕਰ ਗੇਂਦ ਨਾ ਬੋਚੀ ਜਾਵੇ, ਨਾ ਕਿਸੇ ਖੁੱਤੀ 'ਚ ਡਿੱਗੇ ਤਾਂ ਖਿਡਾਰੀਆਂ 'ਚ ਗੇਂਦ ਫੜਨ ਦੀ ਦੌੜ ਲੱਗੀ ਰਹਿੰਦੀ ਹੈ। ਜਿਸ ਹੱਥ ਗੇਂਦ ਆ ਜਾਵੇ ਉਹ ਦੂਜੇ ਦਾ ਨਿਸ਼ਾਨਾ ਲਾਉਂਦਾ ਹੈ। ਤਿੰਨਾਂ ਹਾਲਤਾਂ 'ਚ ਹੀ ਘੋੜੀ ਬਣੇ ਖਿਡਾਰੀ ਨੂੰ ਸਵਾਰ ਨੂੰ ਪਿੱਠ ਉੱਤੇ ਚੱਕ ਕੇ ਗੇਂਦ ਨੂੰ ਰੇੜਦਿਆਂ ਖੁੱਤੀ ਵਿੱਚ ਪਾਉਣਾ ਹੁੰਦਾ ਹੈ। ਜੇਕਰ ਗੇਂਦ ਕਿਸੇ ਵੀ ਖੁੱਤੀ ਵਿੱਚ ਪੈ ਜਾਵੇ ਤਾਂ ਖੁੱਤੀ ਦਾ ਮਾਲਕ ਸਵਾਰ ਬਣ ਜਾਂਦਾ ਹੈ। ਜੇਕਰ ਗੇਂਦ ਰੱਬ ਦੀ ਖੁੱਤੀ 'ਚ ਪੈ ਜਾਵੇ ਤਾਂ ਸਵਾਰ ਸਮੇਤ ਸਾਰੇ ਖਿਡਾਰੀ ਦੌੜ ਜਾਂਦੇ ਆ ਤੇ ਘੋੜੀ ਬਣਿਆ ਖਿਡਾਰੀ ਗੇਂਦ ਚੁੱਕ ਕੇ ਨਿਸ਼ਾਨਾ ਲਾਉਂਦਾ ਹੈ। ਜਿਸ ਬੱਚੇ ਨੂੰ ਗੇਂਦ ਵੱਜ ਜੇ ਉਹ ਘੋੜੀ ਬਣਨ ਦੀ ਸਜ਼ਾ ਭੁਗਤਦਾ ਹੈ। ਇਸ ਤਰ੍ਹਾਂ ਇਹ ਖੇਡ ਨਿਰੰਤਰ ਚੱਲਦੀ ਰਹਿੰਦੀ ਹੈ। ਇਹ ਸੀ ਖੇਡ ਰੱਬ ਦੀ ਖੁੱਤੀ। ਉਸ ਤੋਂ ਅਗਲੀ ਖੇਡ ਆਪਾਂ ਗੱਲ ਕਰਦੇ ਹਾਂ ਟਕੁੱਲੀ। ਟਕੁੱਲੀ ਇਹ ਖੇਡ ਗੁਰਦਾਸਪੁਰ ਤੇ ਇਸਦੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਖੇਡੀ ਜਾਂਦੀ ਹੈ। ਇਸ ਖੇਡ ਦੇ ਵਿੱਚ ਨਿਸ਼ਚਿਤ ਦੂਰੀ ਤੇ ਵਰਗਾਕਾਰ ਖਾਨੇ ਜਿਹੜੇ ਆ ਬਣਾ ਲਏ ਜਾਂਦੇ ਆ। ਖਿਡਾਰੀ ਉਹਨਾਂ ਖਾਨਿਆਂ ਕੋਲ ਖੜੇ ਹੋ ਜਾਂਦੇ ਆ। ਇਸ ਖੇਡ 'ਚ ਗੇਂਦ ਦੀ ਥਾਂ ਲੱਕੜ ਦਾ ਇੱਕ ਟੋਟਾ ਵਰਤਿਆ ਜਾਂਦਾ ਹੈ, ਜਿਹਨੂੰ ਆਪਾਂ ਚੀਟਾ ਕਹਿੰਦੇ ਆ। ਇਹ ਇੱਕ ਪਾਸਿਓਂ ਚਪਟਾ ਤੇ ਦੂਜੇ ਪਾਸਿਓਂ ਪੈਨਸਲ ਵਾਂਗ ਨੋਕਦਾਰ ਹੁੰਦਾ ਹੈ। ਇਹ ਚੀਟਾ ਖਿਡਾਰੀ ਖਾਨਿਆਂ 'ਚ ਸੁੱਟਦਾ ਹੈ। ਜੇਕਰ ਚੀਟਾ ਕਿਸੇ ਦੇ ਖਾਨੇ 'ਚ ਡਿੱਗ ਪਵੇ ਜਾਂ ਲਕੀਰ ਨਾਲ ਛੋਹ ਜਾਵੇ ਤਾਂ ਉਸ ਖਾਨੇ ਦਾ ਖਿਡਾਰੀ ਘੋੜੀ ਬਣ ਕੇ ਸਫਲ ਖਿਡਾਰੀ ਨੂੰ ਉਸਦੇ ਖਾਨੇ ਤੋਂ ਆਪਣੇ ਖਾਨੇ ਤੱਕ ਝੂਟਾ ਦਿੰਦਾ ਹੈ। ਫਿਰ ਚੀਟਾ ਉਸਦੇ ਹੱਥ 'ਚ ਆ ਜਾਂਦਾ ਹੈ ਤੇ ਅੱਗੋਂ ਉਹ ਖੇਡ ਨੂੰ ਜਾਰੀ ਕਰ ਦਿੰਦਾ ਹੈ। ਸਰੀਰਕ ਤੌਰ ਤੇ ਆਪਣੇ ਆਪ ਨੂੰ ਬਲਵਾਨ ਬਣਾਉਣਾ ਤੇ ਦਰਸਾਉਣਾ ਪੰਜਾਬੀ ਮਾਨਸਿਕਤਾ ਦਾ ਜਿਹੜਾ ਉਹ ਅਹਿਮ ਪੱਖ ਹੈ, ਜਿਹਦੀ ਪੂਰਤੀ ਇਹਨਾਂ ਖੇਡਾਂ ਤੋਂ ਇਲਾਵਾ ਮੁੰਡਿਆਂ ਦੀਆਂ ਹੋਰਨਾਂ ਖੇਡਾਂ ਤੋਂ ਵੀ ਹੁੰਦੀ ਹੈ, ਜਿਵੇਂ ਕਬੱਡੀ ਹੈ ਜਾਂ ਰੱਸਾਕੱਸ਼ੀ ਹੈ, ਸ਼ੱਕਰ ਭਿੱਜੀ ਹੈ, ਡੰਡ ਪਲਾਂਘੜਾ ਹੈ, ਇਹੋ ਜਿਹੀਆਂ ਖੇਡਾਂ। ਤੇ ਕੁੜੀਆਂ ਦੀ ਖੇਡਾਂ ਦੇ ਵਿੱਚ ਗੁੱਡੀਆਂ ਪਟੋਲੇ ਹੈ, ਗੀਟੇ ਹੈ, ਥਾਲ ਹੈ, ਛਟਾਪੂ ਹੈ, ਭੰਡਾ ਭੰਡਾਰੀਆ ਹੈ, ਸਮੁੰਦਰ ਮੱਛੀ ਹੈ, ਭੰਗੂੜਾ ਹੈ,
ਅੱਡੀ ਛੜੱਪਾ, ਇਹ ਖੇਡਾਂ ਜਿਹੜੀਆਂ ਉਹ ਪ੍ਰਮੁੱਖ ਮੰਨੀਆਂ ਜਾਂਦੀਆਂ। ਤੇ ਇਹਨਾਂ ਖੇਡਾਂ ਦੇ ਵਿੱਚ ਸਰੀਰਕ ਬਲ ਦੀ ਵਰਤੋਂ ਸਿਰਫ ਖੇਡਣ ਲਈ ਕੀਤੀ ਜਾਂਦੀ ਹੈ, ਭਾਵ ਮਨ ਪਰਚਾਵੇ ਲਈ ਕੀਤੀ ਜਾਂਦੀ ਹੈ, ਲੇਕਿਨ ਜਿਹੜੀ ਕੁਦਰਤੀ ਸਿਹਤ ਹੈ ਇਹਦੇ ਨਾਲ ਜ਼ਰੂਰ ਬਣਦੀ ਹੈ। ਅਗਲੀ ਖੇਡ ਹੈਗੀ ਹੈ ਥਾਲ। ਥਾਲ ਨੂੰ ਖੇਡਣ ਲਈ ਸਿਰਫ ਇੱਕ ਗੇਂਦ ਦੀ ਜ਼ਰੂਰਤ ਪੈਂਦੀ ਹੈ। ਖਿਡਾਰੀਆਂ ਦੀ ਗਿਣਤੀ ਘੱਟੋ ਘੱਟ 2 ਹੋਣੀ ਚਾਹੀਦੀ ਹੈ। ਕਈ ਵਾਰੀ ਖੇਡਣ ਲਈ 2 ਧਿਰਾਂ ਵੀ ਬਣ ਜਾਂਦੀਆਂ। ਖੇਡਣ ਲਈ ਜ਼ਮੀਨ ਉੱਤੇ 2-2.5 ਫੁੱਟ ਦਾ ਦਾਇਰਾ ਬਣਾ ਲਿਆ ਜਾਂਦਾ ਹੈ ਤੇ ਕੁੜੀਆਂ ਆਲੇ ਦੁਆਲੇ ਬੈਠ ਜਾਂਦੀਆਂ। ਵਾਰੀ ਲੈਣ ਲਈ ਕੁੜੀ ਗੇਂਦ ਨੂੰ ਦਾਇਰੇ ਦੇ ਅੰਦਰ ਹੱਥ ਨਾਲ ਪਟਕਾ ਕੇ ਸੁੱਟਦੀ ਹੈ ਤੇ ਫਿਰ ਲਗਾਤਾਰ ਪਟਕਾਉਂਦੀ ਹੋਈ ਗੀਤ ਬੋਲਦੀ ਹੈ ਤੇ ਅਜਿਹਾ ਕਰਦੀ ਹੋਈ ਉਹ ਗੇਂਦ ਨੂੰ ਸੀਮਤ ਦਾਇਰੇ ਵਿੱਚ ਰੱਖਦੀ ਹੈ ਤੇ ਦਾਇਰੇ ਤੋਂ ਬਾਹਰ ਜਾਣ ਤੇ ਉਸ ਕੁੜੀ ਦੀ ਵਾਰੀ ਖਤਮ ਹੋ ਜਾਂਦੀ ਹੈ। ਗੇਂਦ ਹੱਥੋਂ ਛੁੱਟ ਜਾਣ ਜਾਂ ਫੜ ਲੈਣ ਨਾਲ ਹੀ ਵਾਰੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਜਿਸ ਕੁੜੀ ਨੇ ਥਾਲ ਦੇ ਬਹੁਤੇ ਗੀਤ ਗਾਏ ਹੋਣ ਉਹ ਜੇਤੂ ਮੰਨੀ ਜਾਂਦੀ ਹੈ। ਅਗਲੀ ਖੇਡ ਦੀ ਗੱਲ ਕਰਦੇ ਹਾਂ ਆਪਾਂ ਪੰਘੂੜਾ। ਇਹ ਖੇਡ ਘੱਟੋ ਘੱਟ 4 ਤੇ ਵੱਧ ਤੋਂ ਵੱਧ 8 ਕੁੜੀਆਂ ਮਿਲ ਕੇ ਖੇਡਦੀਆਂ ਤੇ ਗੀਤ ਦੇ ਬੋਲਾਂ ਦੇ ਨਾਲ ਚੱਲਦੀ ਹੈ। ਇਹਦੇ ਵਿੱਚ ਸਰੀਰ ਨੂੰ ਕਾਬੂ 'ਚ ਰੱਖਣਾ ਪੈਂਦਾ ਹੈ। ਕੁੜੀਆਂ ਗੋਲ ਦਾਇਰੇ 'ਚ ਖੜੀਆਂ ਹੋ ਕੇ ਆਪੋ ਆਪਣੇ ਸਾਹਮਣੇ ਦੀ ਕੁੜੀ ਦਾ ਹੱਥ ਫੜ ਕੇ ਪਹਿਲਾਂ ਹੌਲੀ ਹੌਲੀ ਤੁਰਦੀਆਂ, ਫਿਰ ਗੀਤ ਗਾਉਂਦੀਆਂ। ਆਓ ਸਹੇਲੀਓ ਖੇਡਣ ਦਾ ਕੋਈ ਵੇਲਾ ਨਹੀਂ, ਰੋਟੀ ਕੌਣ ਪਕਾਊਗਾ, ਰੋਟੀ ਮਾਂ ਪਕਾਵੇਗੀ, ਇੱਕ ਗੱਲ ਭੁੱਲਦੀ ਭੰਗੂੜੇ ਵਾਂਗ ਨਾ ਝੂਲਦੀ। ਅਖੀਰਲੀ ਸਤਰ ਬੋਲਦੀਆਂ ਕੁੜੀਆਂ ਪੈਰਾਂ ਨੂੰ ਜੋੜ ਕੇ ਭਾਰ ਪਿੱਛੇ ਨੂੰ ਸੁੱਟਦੀਆਂ ਹੋਈਆਂ ਤੇਜ਼ੀ ਨਾਲ ਘੁੰਮਦੀਆਂ ਹਨ। ਇਸ ਵਿੱਚ ਕੁੜੀਆਂ ਦਾ 2-2 ਦੀਆਂ ਜੁੱਟੀਆਂ ਦੇ ਵਿੱਚ ਹੋਣਾ ਬੜਾ ਲਾਜ਼ਮੀ ਹੈ। ਇਸ ਖੇਡ ਦੀ ਦੂਜੀ ਵਿਧੀ ਦੇ ਵਿੱਚ ਇੱਕ ਕੁੜੀ ਬੈਠਦੀ ਹੈ ਤੇ ਦੂਜੀ ਖੜੀ ਹੁੰਦੀ ਹੈ। ਉਸੇ ਤਰ੍ਹਾਂ ਹੱਥ ਫੜ ਕੇ ਗਾਉਂਦੀਆਂ ਤੇ ਘੁੰਮਦੀਆਂ। ਇਸ ਤਰੀਕੇ ਘੁੰਮਣ ਲਈ ਵਧੇਰੇ ਤਾਕਤ ਲਾਉਣੀ ਪੈਂਦੀ ਹੈ, ਪਰ ਘੁੰਮਦੀਆਂ ਕੁੜੀਆਂ ਸੱਚਮੁੱਚ ਹੀ ਭੰਗੂੜੇ ਦਾ ਦ੍ਰਿਸ਼ ਬਣਾ ਦਿੰਦੀਆਂ, ਜਿਹਦੇ ਕਰਕੇ ਇਸ ਖੇਡ ਦਾ ਨਾਂ ਭੰਗੂੜਾ ਮੰਨਿਆ ਜਾਂਦਾ। ਅੱਗੇ ਖੇਡ ਆ ਜਾਂਦੀ ਰਾਜੇ ਦੀ ਬੱਕਰੀ। ਇਹ ਖੇਡ ਜਿਹੜੀ ਹੈ ਛੋਟੀ ਉਮਰ ਦੇ ਮੁੰਡੇ ਕੁੜੀਆਂ ਦੁਆਰਾ ਮਿਲ ਕੇ ਖੇਡੀ ਜਾਂਦੀ ਹੈ ਤੇ ਪੁੱਗਣ ਪਿੱਛੋਂ ਵਾਰੀ ਦੇਣ ਵਾਲਾ ਮੁੰਡਾ ਰਾਜੇ ਦਾ ਨੌਕਰ ਬਣਦਾ ਹੈ ਤੇ ਕਿਸੇ ਤਕੜੇ ਖਿਡਾਰੀ ਦੇ ਪਿੱਛੇ ਇੱਕ ਦੂਜੇ ਦੇ ਲੱਕ ਨੂੰ ਹੱਥ ਪਾ ਕੇ ਖੜੇ ਬੱਚੇ ਇੱਕ ਕਤਾਰ ਬਣਾ ਲੈਂਦੇ ਆ। ਨੌਕਰ ਬਣਿਆ ਬੱਚਾ ਰਾਜਾ ਮੰਗੇ ਬੱਕਰੀ ਮੈਂ ਬੱਕਰੀ ਲਿਜਾਣੀ ਆ, ਰਾਜਾ ਮੰਗੇ ਬੱਕਰੀ ਮੈਂ ਬੱਕਰੀ ਲਿਜਾਣੀ ਆ, ਐਂ ਕਹਿੰਦਾ ਤੇ ਕਤਾਰ ਦੇ ਪਿੱਛੇ ਲੱਗੇ ਬੱਚੇ ਨੂੰ ਖਿੱਚ ਕੇ ਲਿਜਾਣ ਦੀ ਕੋਸ਼ਿਸ਼ ਕਰਦਾ ਹੈ। ਪਰ ਜਿਹੜਾ ਲੀਡਰ ਹੈ ਇੱਕੋ ਮੇਰੀ ਬੱਕਰੀ ਮੈਂ ਕਿੱਲੇ ਤੇ ਬਿਠਾਣੀ ਆ, ਇੱਕੋ ਮੇਰੀ ਬੱਕਰੀ ਮੈਂ ਕਿੱਲੇ ਤੇ ਬਿਠਾਣੀ ਆ ਕਹਿੰਦਾ ਹੋਇਆ ਇੱਧਰ ਉੱਧਰ ਹੋ ਕੇ ਨੌਕਰ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਬਣਾਉਣ ਦਾ ਯਤਨ ਕਰਦਾ ਹੈ ਤੇ ਸਾਰੇ ਬੱਚਿਆਂ ਦੇ ਅਲੱਗ ਹੋਣ ਤੱਕ ਇਹ ਖੇਡ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ। ਇਸ ਤੋਂ ਇਲਾਵਾ ਘਰ ਮੱਲਣ, ਊਚ ਨੀਚ, ਬੁੱਢੀ ਮਾਈ, ਬਿੱਲੀ ਮਾਸੀ, ਕਾਟੋ ਪਰੀਆਂ, ਇਹੋ ਜਿਹੀਆਂ ਵੀ ਕਈ ਖੇਡਾਂ ਜਿਹੜੀਆਂ ਬੱਚਿਆਂ ਦੇ ਵਿੱਚ ਖੂਬ ਪ੍ਰਚਲਿਤ ਰਹੀਆਂ। ਬਜ਼ੁਰਗ ਜਿਹੜੇ ਆ ਉਹ ਚੌਪੜ ਖੇਡਦੇ ਆ, ਸ਼ਤਰੰਜ, ਖੱਡਾ, ਬਾਰਾਂ ਟਾਹਣੀ, ਖੂਹ ਆਦਿ ਇਹ ਖੇਡਾਂ ਜਿਹੜੀਆਂ ਬਜ਼ੁਰਗਾਂ ਦੇ ਖੇਡਣ ਵਾਲੀਆਂ, ਕਿਉਂਕਿ ਉਹ ਸਰੀਰਕ ਤਾਕਤ ਬਹੁਤੀ ਨਹੀਂ ਲਾ ਸਕਦੇ, ਦਿਮਾਗੀ ਤਾਕਤ ਨਾਲ ਇਹਨਾਂ ਖੇਡਾਂ ਨੂੰ ਖੇਡਦੇ ਆ। ਤੇ ਕਿਸੇ ਵੀ ਮੁਲਕ ਦੀਆਂ ਜਿਹੜੀਆਂ ਪਦਾਰਥਕ, ਭੂਗੋਲਿਕ ਤੇ ਸਮਾਜਿਕ ਪ੍ਰਸਥਿਤੀਆਂ ਉੱਥੋਂ ਦੀਆਂ ਲੋਕ ਖੇਡਾਂ ਦੇ ਸਰੂਪ ਨੂੰ ਨਿਰਧਾਰਿਤ ਕਰਦੀਆਂ। ਜਿਸ ਤਰ੍ਹਾਂ ਦੀਆਂ ਉੱਥੋਂ ਦੀਆਂ ਪਦਾਰਥਕ ਸਥਿਤੀਆਂ ਹੋਣਗੀਆਂ, ਜਿਸ ਤਰ੍ਹਾਂ ਦੀ ਉੱਥੋਂ ਦੀਆਂ ਭੂਗੋਲਿਕ ਸਥਿਤੀਆਂ ਹੋਣਗੀਆਂ, ਜਿਸ ਤਰ੍ਹਾਂ ਦੀ ਉੱਥੋਂ ਦੀ ਸਮਾਜਿਕ ਪ੍ਰਸਥਿਤੀ ਹੋਏਗੀ, ਉਸੇ ਤਰ੍ਹਾਂ ਦੀਆਂ ਲੋਕ ਖੇਡਾਂ ਜਿਹੜੀਆਂ ਉਸ ਖਾਸ ਖਿੱਤੇ ਦੇ ਵਿੱਚ ਜਿਹੜਾ ਹੈ ਉਹ ਪਨਪਣਗੀਆਂ ਔਰ ਖੇਡੀਆਂ ਜਾਣਗੀਆਂ। ਪੰਜਾਬ ਦੇ ਲੋਕਾਂ ਦੀ ਰਹਿਣੀ ਬਹਿਣੀ ਵੀ ਸਧਾਰਨ ਰਹੀ ਹੈ ਤੇ ਇਹ ਸਧਾਰਨਤਾ ਉਹਨਾਂ ਦੀਆਂ ਲੋਕ ਖੇਡਾਂ ਦੇ ਵਿੱਚ ਵੀ ਦੇਖੀ ਜਾ ਸਕਦੀ ਹੈ। ਇਸ ਕਰਕੇ ਇਹਨਾਂ ਖੇਡਾਂ 'ਚ ਸਮੱਗਰੀ ਵਜੋਂ ਆਲੇ ਦੁਆਲੇ 'ਚ ਮਿਲਣ ਵਾਲੀਆਂ ਬਹੁਤ ਸਧਾਰਨ ਜਿਹੀਆਂ ਚੀਜ਼ਾਂ ਨੂੰ ਵਰਤਿਆ ਜਾਂਦਾ ਹੈ। ਕਈ ਖੇਡਾਂ ਤਾਂ ਅਜਿਹੀਆਂ ਜਿਨ੍ਹਾਂ 'ਚ ਕਿਸੇ ਸਮਾਨ ਦੀ ਜ਼ਰੂਰਤ ਹੀ ਨਹੀਂ ਪੈਂਦੀ, ਜਿਵੇਂ ਛੂਹਣ ਛੁਹਾਈ, ਭੰਡਾ ਭੰਡਾਰੀਆ, ਸਮੁੰਦਰ ਮੱਛੀ, ਇਹੋ ਜਿਹੀਆਂ ਖੇਡਾਂ। ਇਹ ਖੇਡਾਂ ਪੰਜਾਬ ਦੇ ਸੱਭਿਆਚਾਰ ਦੇ ਮਹੱਤਵਪੂਰਨ ਪੱਖ ਭਾਈਚਾਰਕ ਸਾਂਝ ਨੂੰ ਵਧਾਉਣ ਵਾਲੀਆਂ। ਇਹਨਾਂ ਵਿੱਚੋਂ ਮਰਦ ਪ੍ਰਧਾਨ ਸਮਾਜ ਦੀ ਝਲਕ ਵੀ ਦੇਖੀ ਜਾ ਸਕਦੀ ਹੈ। ਮਰਦਾਂ ਦੀਆਂ ਖੇਡਾਂ ਬਚਪਨ ਤੋਂ ਬੁਢਾਪੇ ਤੱਕ ਚੱਲਦੀਆਂ, ਪਰ ਕੁੜੀਆਂ ਦੀਆਂ ਖੇਡਾਂ ਲਈ ਨਿਸ਼ਚਿਤ ਉਮਰ ਹੁੰਦੀ ਹੈ। ਮੁੰਡਿਆਂ ਤੇ ਕੁੜੀਆਂ ਦੀਆਂ ਖੇਡਾਂ ਉਹਨਾਂ ਦੇ ਕਾਰਜ ਖੇਤਰ ਤੇ ਸਰੀਰਕ ਬਲ ਦੇ ਅਨੁਸਾਰ ਹੀ ਹੁੰਦੀਆਂ। ਅੱਗੇ ਗੱਲ ਆ ਜਾਂਦੀ ਕਿ ਇਹਨਾਂ ਖੇਡਾਂ ਦਾ ਅਸੀਂ ਭਵਿੱਖ ਕੀ ਮੰਨਦੇ ਹਾਂ। ਡਾਕਟਰ ਹਰਜੀਤ ਕੌਰ ਦੇ ਮੁਤਾਬਕ ਇਹਨਾਂ ਖੇਡਾਂ ਦਾ ਕੀ ਭਵਿੱਖ ਹੈ। ਇਹਦੇ ਬਾਰੇ ਕਿਹਾ ਜਾ ਸਕਦਾ ਕਿ ਸਮੇਂ ਦੇ ਪਰਿਵਰਤਨ ਨਾਲ ਬਹੁਤ ਸਾਰੀਆਂ ਜਿਹੜੀਆਂ ਪਰੰਪਰਾਗਤ ਖੇਡਾਂ ਉਹ ਖਤਮ ਹੋ ਚੁੱਕੀਆਂ। ਪਹਿਲਾਂ ਖੇਡਾਂ ਮਨ ਪਰਚਾਵੇ ਦਾ ਪ੍ਰਮੁੱਖ ਸਾਧਨ ਸੀਗੀਆਂ, ਪਰ ਅੱਜ ਇਹਨਾਂ ਦੀ ਥਾਂ ਜਿਹੜੀ ਹੈ ਟੈਲੀਵਿਜ਼ਨ ਨੇ ਲੈ ਲਈ ਹੈ, ਕੰਪਿਊਟਰ ਨੇ ਲੈ ਲਈ ਹੈ, ਮੋਬਾਈਲ ਨੇ ਲੈ ਲਈ ਹੈ। ਕੰਪਿਊਟਰਾਈਜ਼ ਖੇਡਾਂ ਆ ਗਈਆਂ, ਕਈ ਮੋਬਾਈਲ ਗੇਮਸ ਆ ਗਈਆਂ। ਇਹਦੇ ਨਾਲ ਅਜੋਕੀ ਰੁਝੇਵਿਆਂ ਭਰੀ ਤੇ ਤੇਜ਼ ਰਫ਼ਤਾਰ ਜ਼ਿੰਦਗੀ ਨੇ
ਮਨੁੱਖ 'ਚ ਇੱਕ ਭਾਈਚਾਰਕ ਸਾਂਝ ਦੀ ਥਾਂ ਵਿਅਕਤੀਗਤ ਰੁਚੀਆਂ ਨੂੰ ਪੈਦਾ ਕਰ ਦਿੱਤਾ ਹੈ। ਅੱਜ ਕੱਲ੍ਹ 8-10 ਸਾਲ ਦੀ ਉਮਰ ਤੱਕ ਹੀ ਬੱਚੇ ਇਕੱਠੇ ਖੇਡਦੇ ਆ, ਉਸ ਤੋਂ ਬਾਅਦ ਗਿਣਤੀ ਦੀਆਂ ਲੋਕ ਖੇਡਾਂ ਹੀ ਖੇਡਦੇ ਆ। ਬੱਚੇ ਸਕੂਲ 'ਚ ਸਿਖਾਈਆਂ ਜਾਂਦੀਆਂ ਜਿਹੜੀਆਂ ਅੰਗਰੇਜ਼ੀ ਜਾਂ ਹਿੰਦੀ ਕਵਿਤਾਵਾਂ ਦੇ ਨਾਲ ਨਾਲ ਜਿਹੜੀਆਂ ਖੇਡਾਂ ਖੇਡਦੇ ਆ, ਉਹ ਬਣਤਰ, ਖੇਡ ਵਿਧੀ ਜਾਂ ਸ਼ਬਦਾਵਲੀ ਪੱਖੋਂ ਜ਼ਰੂਰ ਭਿੰਨ ਹੈ, ਪਰੰਤੂ ਉਹਨਾਂ 'ਚ ਪਰੰਪਰਾਗਤ ਖੇਡਾਂ ਜਿਹੜੀਆਂ ਹੈਗੀਆਂ, ਜਿਹੜੀਆਂ ਰਵਾਇਤੀ ਖੇਡਾਂ ਹੈਗੀਆਂ, ਉਹਨਾਂ ਦੇ ਅੰਸ਼ ਵੀ ਮਿਲਦੇ ਦੇਖੇ ਜਾ ਸਕਦੇ ਆ। ਜਿਵੇਂ ਖਿੱਦੋ ਖੂੰਡੀ ਜਿਹੜੀ ਹੈ, ਉਹਦਾ ਵਿਕਸਿਤ ਰੂਪ ਹੀ ਹਾਕੀ ਹੈ। ਠੀਕ ਹੈ। ਇਸ ਤਰ੍ਹਾਂ ਤਕਨੀਕੀ ਤੇ ਪਦਾਰਥਕ ਹਾਲਤਾਂ ਦੇ ਬਦਲਣ ਨਾਲ ਲੋਕ ਖੇਡਾਂ ਦਾ ਮਹੱਤਵ ਜਿਹੜਾ ਹੈ ਉਹ ਬਹੁਤ ਘਟਿਆ ਹੈ, ਪਰ ਖੇਡ ਦਾ ਮਨੁੱਖ ਦੀ ਆਦ ਜੁਗਾਦ ਕਾਇਮ ਰਹਿਣ ਵਾਲੀ ਪ੍ਰਵਿਰਤੀ ਨਾਲ ਡੂੰਘਾ ਸੰਬੰਧ ਹੈ, ਜਿਸ ਦਾ ਸਰੂਪ ਭਾਵੇਂ ਬਦਲ ਜਾਵੇ, ਪਰ ਇਹ ਮਨੁੱਖੀ ਜ਼ਿੰਦਗੀ ਵਿੱਚੋਂ ਕਦੇ ਵੀ ਮਨਫੀ ਨਹੀਂ ਹੋ ਸਕਦੀਆਂ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਬੇਸ਼ੱਕ ਕੰਪਿਊਟਰ ਦਾ ਯੁੱਗ ਹੈ, ਮੋਬਾਈਲ ਦਾ ਯੁੱਗ ਹੈ, ਇੰਟਰਨੈਟ ਦਾ ਯੁੱਗ ਹੈ, ਪਰ ਫਿਰ ਵੀ ਮਨੁੱਖ ਦੇ ਬਚਪਨ ਤੋਂ ਹੀ ਖੇਡਾਂ ਨਾਲ ਜਿਹੜੇ ਸੰਬੰਧ ਹੈ, ਲੋਕ ਖੇਡਾਂ ਦੇ ਜਿਹੜੇ ਮਹੱਤਵ ਹੈ, ਲੋਕ ਖੇਡਾਂ ਦੇ ਜਿਹੜੇ ਕੁਝ ਮਹੱਤਵਪੂਰਨ ਕਿਸਮਾਂ ਹੈ ਜਾਂ ਖੇਡਾਂ ਦੇ ਜਿਹੜੇ ਸਰੂਪ ਹੈ, ਉਹਦਾ ਜਿਹੜਾ ਭਵਿੱਖ ਹੈ, ਉਸ ਨੂੰ ਅਸੀਂ ਕਿਸੇ ਤਰ੍ਹਾਂ ਵੀ ਨਕਾਰ ਨਹੀਂ ਸਕਦੇ। ਹਾਂ, ਇਹ ਜ਼ਰੂਰ ਹੈ ਕਿ ਸਮੇਂ ਦੇ ਪਰਿਵਰਤਨ ਨਾਲ ਇਹਨਾਂ ਖੇਡਾਂ ਦਾ ਮਹੱਤਵ ਜਿਹੜਾ ਉਨਾ ਨਹੀਂ ਰਿਹਾ, ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਬੱਚਿਆਂ ਦੇ ਵਿੱਚ ਲੋਕ ਖੇਡਾਂ ਨੂੰ ਖੇਡਣ ਦਾ ਮਾਦਾ ਜਿਹੜਾ ਬਿਲਕੁਲ ਖਤਮ ਹੋ ਚੁੱਕਾ ਹੈ। ਪਿੰਡਾਂ ਦੇ ਬੱਚੇ ਅੱਜ ਵੀ ਲੋਕ ਖੇਡਾਂ ਖੇਡ ਕੇ ਆਪਣੇ ਆਪ ਨੂੰ ਬਹੁਤ ਆਨੰਦਿਤ ਮਹਿਸੂਸ ਕਰਦੇ ਹੈ ਤੇ ਆਪਣੇ ਸਰੀਰ ਨੂੰ ਤਾਕਤਵਰ ਤੇ ਸਿਹਤਯਾਬ ਬਣਾਉਣ ਦੀ ਕੋਸ਼ਿਸ਼ ਕਰਦੇ ਹੈ। ਪਿਆਰੇ ਵਿਦਿਆਰਥੀਓ, ਇਹ ਸੀ ਪੰਜਾਬ ਦੀਆਂ ਲੋਕ ਖੇਡਾਂ, ਡਾਕਟਰ ਹਰਜੀਤ ਕੌਰ ਦਾ ਆਰਟੀਕਲ। ਅਗਲੇ ਵੀਡੀਓ ਲੈਕਚਰ ਦੇ ਵਿੱਚ ਕਿਸੇ ਹੋਰ ਆਰਟੀਕਲ ਦੇ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ। ਤਦ ਤੱਕ ਲਈ ਰੱਬ ਰਾਖਾ।